ਹੈਲੋ ਫਰੈਂਡਸ, ਸਤਿ ਸ਼੍ਰੀ ਅਕਾਲ ਸਾਰਿਆਂ ਨੂੰ। ਵੈਲਕਮ ਟੂ ਪੰਜਾਬ ਐਗਜ਼ਾਮ ਅੱਡਾ। ਜਿਵੇਂ ਕਿ ਤੁਹਾਨੂੰ ਪਤਾ ਕਿ ਆਪਾਂ ਮਾਡਰਨ ਹਿਸਟਰੀ ਦੀ ਸੀਰੀਜ਼ ਕਵਰ ਕਰ ਰਹੇ ਹਾਂ, ਜਿਹਦੇ ਵਿੱਚ ਆਪਾਂ ਉਹ ਵਾਲੇ ਕੁਐਸਚਨ ਕਵਰ ਕਰ ਰਹੇ ਹਾਂ ਜਿਹੜੇ ਕਿ ਕਿਸੇ ਨਾ ਕਿਸੇ ਐਗਜ਼ਾਮ ਦੇ ਵਿੱਚ ਪੁੱਛੇ ਗਏ ਨੇ। ਇਹਦਾ ਪਹਿਲਾ ਲੈਕਚਰ ਆਪਾਂ ਕਰ ਚੁੱਕੇ ਹਾਂ ਅਤੇ ਅੱਜ ਅਸੀਂ ਇਹਦਾ ਦੂਸਰਾ ਪਾਰਟ ਕਰ ਰਹੇ ਹਾਂ। ਅਤੇ ਇਹਦੇ ਵਿੱਚ ਵੀ ਉਹੀ ਕੁਐਸਚਨ ਹੋਣਗੇ ਜਿਹੜੇ ਕਿ ਕਿਸੇ ਨਾ ਕਿਸੇ ਐਗਜ਼ਾਮ ਦੇ ਵਿੱਚ ਪੁੱਛੇ ਗਏ ਨੇ ਅਤੇ ਕਾਫੀ ਇੰਪੋਰਟੈਂਟ ਸੈਸ਼ਨ ਰਹਿਣ ਵਾਲਾ, ਇਸ ਕਰਕੇ ਸੈਸ਼ਨ ਨੂੰ ਲਾਸਟ ਤੱਕ ਜ਼ਰੂਰ ਦੇਖਿਓ। ਅਤੇ ਇਹਦੇ ਵਿੱਚ ਆਪਾਂ ਕੁਐਸਚਨ ਤੇ ਕਵਰ ਕਰਾਂਗੇ ਹੀ, ਅਤੇ ਇਸ ਤੋਂ ਇਲਾਵਾ ਉਹਦੇ ਨਾਲ ਲੱਗਦੀ ਜਿੰਨੀ ਵੀ ਇਨਫੋਰਮੇਸ਼ਨ ਹੋਏਗੀ ਆਪਾਂ ਉਹ ਵੀ ਡਿਸਕਰਾਈਬ ਕਰਾਂਗੇ। ਅਤੇ ਸ਼ੁਰੂ ਕਰਦੇ ਉਸ ਤੋਂ ਪਹਿਲਾਂ ਜੇਕਰ ਤੁਸੀਂ ਸਾਡਾ ਚੈਨਲ ਨਹੀਂ ਸਬਸਕ੍ਰਾਈਬ ਕੀਤਾ ਤਾਂ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਓ ਅਤੇ ਬੈਲ ਆਈਕਨ ਨੂੰ ਵੀ ਦਬਾ ਦਿਓ ਤਾਂ ਕਿ ਜਿਹੜੀ ਵੀ ਵੀਡੀਓ ਆਪਾਂ ਅਪਲੋਡ ਕਰੀਏ ਉਹਦਾ ਨੋਟੀਫਿਕੇਸ਼ਨ ਤੁਹਾਨੂੰ ਮਿਲ ਜੇ। ਅਤੇ ਇਸ ਤੋਂ ਇਲਾਵਾ ਸਾਡਾ ਟੈਲੀਗ੍ਰਾਮ ਚੈਨਲ ਵੀ ਹੈਗਾ, ਜਿੱਥੇ ਆਪਾਂ ਹਰ ਇੱਕ ਵੀਡੀਓ ਦਾ PDF ਜ਼ਰੂਰ ਪ੍ਰੋਵਾਈਡ ਕਰਦੇ ਹਾਂ, ਅਤੇ ਉੱਥੇ ਤੁਸੀਂ ਸਾਨੂੰ ਟੈਲੀਗ੍ਰਾਮ 'ਤੇ ਵੀ ਜੁਆਇਨ ਕਰ ਸਕਦੇ ਹੋ। ਅਤੇ ਸ਼ੁਰੂ ਕਰਦੇ ਹਾਂ। ਦੇਖੋ, ਇੰਗਲਿਸ਼ 'ਚ ਕੁਐਸਚਨ ਰਹਿਣਗੇ ਪਰ ਤੁਸੀਂ ਘਬਰਾਉਣਾ ਨਹੀਂ ਹੈ। ਮੈਂ ਹਰ ਇੱਕ ਚੀਜ਼ ਨੂੰ ਪੰਜਾਬੀ ਦੇ ਵਿੱਚ ਡਿਟੇਲ ਦੇ ਵਿੱਚ ਡਿਸਕਸ ਕਰਾਂਗਾ, ਠੀਕ ਹੈ ਜੀ। ਅਤੇ ਪਹਿਲੇ ਕੁਐਸਚਨ ਵੱਲ ਵੱਧਦੇ ਹਾਂ। ਦ ਫਾਊਂਡਰ ਆਫ ਬ੍ਰਹਮੋ ਸਮਾਜ, ਮਤਲਬ ਕਿ ਬ੍ਰਹਮੋ ਸਮਾਜ ਦੇ ਫਾਊਂਡਰ ਕੌਣ ਸੀਗੇ? ਅਤੇ ਇਹ ਸੀਗੇ ਰਾਜਾ ਰਾਮ ਮੋਹਨ ਰੋਏ ਜੀ। ਇਹ ਤੁਸੀਂ ਯਾਦ ਰੱਖਣਾ, ਕਾਫੀ ਵਾਰ ਪੇਪਰ 'ਚ ਪੁੱਛਿਆ ਗਿਆ ਹੈਗਾ ਕਿ ਬ੍ਰਹਮੋ ਸਮਾਜ ਦੇ ਫਾਊਂਡਰ ਕੌਣ ਸੀਗੇ, ਅਤੇ ਸੀਗੇ ਰਾਜਾ ਰਾਮ ਮੋਹਨ ਰੋਏ ਜੀ। ਅਤੇ ਇਸ ਤੋਂ ਇਲਾਵਾ ਗੱਲ ਕਰੀਏ, ਜਿਸ ਤਰ੍ਹਾਂ ਮੈਂ ਤੁਹਾਨੂੰ ਪਹਿਲੇ ਵੀਡੀਓ ਦੇ ਵਿੱਚ ਵੀ ਦੱਸਿਆ ਸੀਗਾ ਕਿ ਸਵਾਮੀ ਦਇਆਨੰਦ ਸਰਸਵਤੀ ਜੀ ਨੇ ਕਿਹਦੀ ਸਥਾਪਨਾ ਕੀਤੀ ਸੀਗੀ? ਤੇ ਇਹ ਕੀਤੀ ਸੀਗੀ ਆਰਿਆ ਸਮਾਜ ਦੀ। ਇਹ ਤੁਸੀਂ ਯਾਦ ਰੱਖਣਾ, ਠੀਕ ਹੈ ਜੀ। ਆਰਿਆ ਸਮਾਜ ਦੀ ਸਥਾਪਨਾ ਕੀਤੀ ਸੀਗੀ। ਇਸ ਤੋਂ ਇਲਾਵਾ ਮੈਂ ਤੁਹਾਨੂੰ ਇੱਕ ਫੈਕਟ ਦੱਸਿਆ ਸੀਗਾ ਕਿ ਸਵਾਮੀ ਦਇਆਨੰਦ ਸਰਸਵਤੀ ਜੀ ਨੂੰ ਇੱਕ ਹੋਰ ਨਾਮ ਤੋਂ ਜਾਣਿਆ ਜਾਂਦਾ, ਉਹ ਨਾਮ ਕਿਹੜਾ ਹੈਗਾ? ਮੁੱਲਾ ਸ਼ੰਕਰ, ਠੀਕ ਹੈ। ਮੁੱਲਾ ਸ਼ੰਕਰ ਕਹਿ ਸਕਦੇ ਜਾਂ ਫਿਰ ਮੂਲ ਸ਼ੰਕਰ ਕਹਿ ਸਕਦੇ ਹਾਂ, ਅਤੇ ਮੂਲ ਸ਼ੰਕਰ ਦੇ ਨਾਮ ਤੋਂ ਵੀ ਜਾਣਿਆ ਜਾਂਦਾ। ਅਤੇ ਇਸ ਤੋਂ ਇਲਾਵਾ ਆਪਾਂ ਸਵਾਮੀ ਵਿਵੇਕਾਨੰਦ ਜੀ ਦੀ ਗੱਲ ਕਰੀਏ ਤਾਂ ਇਹਨਾਂ ਨੇ ਕਿਹਦੀ ਫਾਊਂਡੇਸ਼ਨ ਕੀਤੀ ਸੀਗੀ? ਇਹ ਵੀ ਤੁਸੀਂ ਯਾਦ ਰੱਖਣਾ, ਰਾਮ ਕ੍ਰਿਸ਼ਨ ਮਿਸ਼ਨ, ਠੀਕ ਹੈ। ਰਾਮ ਕ੍ਰਿਸ਼ਨ ਮਿਸ਼ਨ ਦੀ ਫਾਊਂਡੇਸ਼ਨ ਕਿਹਨਾਂ ਨੇ ਕੀਤੀ ਸੀਗੀ? ਇਹ ਕੀਤੀ ਸੀਗੀ ਸਵਾਮੀ ਵਿਵੇਕਾਨੰਦ ਜੀ ਨੇ, ਰਾਮ ਕ੍ਰਿਸ਼ਨ ਮਿਸ਼ਨ। ਅਤੇ ਇਸ ਤੋਂ ਇਲਾਵਾ ਗੱਲ ਕਰੀਏ, ਇਹਨਾਂ ਦਾ ਜਿਹੜਾ ਬਚਪਨ ਦਾ ਨਾਮ ਸੀਗਾ ਉਹ ਤਾਂ ਸਾਰਿਆਂ ਨੂੰ ਪਤਾ ਹੀ ਹੈਗਾ ਕਿ ਨਰਿੰਦਰ ਨਾਥ ਦੱਤ, ਠੀਕ ਹੈ। ਇਹ ਵੀ ਤੁਸੀਂ ਯਾਦ ਰੱਖਣਾ, ਨਰਿੰਦਰ ਨਾਥ ਦੱਤ ਇਹਨਾਂ ਦਾ ਬਚਪਨ ਦਾ ਜਿਹੜਾ ਨਾਮ ਸੀਗਾ। ਅਤੇ ਇਸ ਤੋਂ ਇਲਾਵਾ ਇੱਕ ਹੋਰ ਫੈਕਟ ਹੈਗਾ ਕਿ ਕੁਐਸਚਨ ਪੁੱਛਿਆ ਜਾਂਦਾ, ਇੱਕ 1893 ਦੇ ਵਿੱਚ ਜਿਹੜੀ ਸਮਿਟ ਹੋਈ ਸੀਗੀ, ਇੱਕ ਵਿਸ਼ਵ ਧਰਮ ਮਹਾਸਭਾ ਹੋਇਆ ਸੀਗਾ, ਜਿਹਨੂੰ ਇੰਗਲਿਸ਼ ਦੇ ਵਿੱਚ ਪਾਰਲੀਮੈਂਟ ਆਫ ਦਾ ਵਰਲਡ ਰਿਲੀਜਨ ਵੀ ਕਿਹਾ ਜਾਂਦਾ, ਠੀਕ ਹੈ। ਸ਼ਿਕਾਗੋ ਦੇ ਵਿੱਚ ਹੋਈ ਸੀਗੀ, ਇਹ ਤੁਸੀਂ ਯਾਦ ਰੱਖਿਓ। 1893 ਦੇ ਵਿੱਚ ਸ਼ਿਕਾਗੋ ਦੇ ਵਿੱਚ ਅਮਰੀਕਾ ਦੇ ਵਿੱਚ ਹੋਈ ਸੀਗੀ। ਸ਼ਿਕਾਗੋ ਅਮਰੀਕਾ ਦੇ ਵਿੱਚ ਇੱਕ ਵਿਸ਼ਵ ਧਰਮ ਮਹਾਸਭਾ ਹੋਈ ਸੀਗੀ, ਜਿਹਦੇ ਵਿੱਚ ਸਵਾਮੀ ਵਿਵੇਕਾਨੰਦ ਜੀ ਨੇ ਇੰਡੀਆ ਵੱਲੋਂ ਜਿਹੜਾ ਹੈਗਾ ਸਪੀਚ ਦਿੱਤੀ ਸੀਗੀ। ਕਿਹਾ ਜਾਂਦਾ ਕਿ ਉਹ ਸਪੀਚ ਕਾਫੀ ਮਤਲਬ ਦਮਦਾਰ ਸੀਗੀ, ਅਤੇ ਸਾਰੇ ਜਿਹੜੇ ਵੀ ਫੋਰਨਰ ਸੀਗੇ, ਅੰਗਰੇਜ਼ ਸੀਗੇ, ਉਹਨਾਂ ਨੂੰ ਇੰਡੀਆ ਦੇ ਬਾਰੇ ਕਾਫੀ ਜਾਣਨ ਨੂੰ ਮਿਲਿਆ ਸੀਗਾ ਉਸ ਸਪੀਚ ਦੇ ਨਾਲ ਹੀ, ਠੀਕ ਹੈ ਜੀ। ਅਤੇ ਇਹ ਤੁਸੀਂ ਗੱਲਾਂ ਯਾਦ ਰੱਖਣੀਆਂ। ਨੈਕਸਟ ਕੁਐਸਚਨ ਵੱਲ ਵੱਧਦੇ ਹਾਂ। ਨੈਕਸਟ ਕੁਐਸਚਨ ਹੈਗਾ, ਇਨ ਵਿਚ ਸੈਸ਼ਨ ਆਫ ਦਾ ਇੰਡੀਅਨ ਨੈਸ਼ਨਲ ਕਾਂਗਰਸ ਦਾ ਟਰਾਈ ਕਲਰ ਫਲੈਗ ਵਾਜ਼ ਅਨਫਰਲਡ, ਮਤਲਬ ਕਿ ਜਿਹੜੀ ਇੰਡੀਅਨ ਨੈਸ਼ਨਲ ਕਾਂਗਰਸ ਦੀ ਐਸੀ ਕਿਹੜੀ ਸੈਸ਼ਨ ਸੀਗੀ ਜਿਹਦੇ ਵਿੱਚ ਪਹਿਲੀ ਵਾਰੀ ਜਿਹੜਾ ਸਾਡਾ ਤਿਰੰਗਾ ਲਹਿਰਾਇਆ ਗਿਆ ਸੀਗਾ? ਪਹਿਲੀ ਵਾਰੀ ਉਹ ਸੀਗਾ ਲਾਹੌਰ ਦਾ ਸੈਸ਼ਨ 1929 ਦਾ, ਠੀਕ ਹੈ। ਇਹ ਤੁਸੀਂ ਯਾਦ ਰੱਖਣਾ। ਮੈਂ ਤੁਹਾਨੂੰ ਪਿਛਲੇ ਸੈਸ਼ਨ ਦੇ ਵਿੱਚ ਵੀ ਦੱਸਿਆ ਸੀਗਾ, ਇੱਕ ਹੋਰ ਚੀਜ਼ ਹੋਈ ਸੀਗੀ ਲਾਹੌਰ ਦੇ ਸੈਸ਼ਨ ਦੇ ਵਿੱਚ, ਅਤੇ ਇਹਨਾਂ ਨੇ ਕੀ ਕਿਹਾ ਸੀਗਾ ਲਾਹੌਰ ਸੈਸ਼ਨ 1929 ਦੇ ਵਿੱਚ ਕਿ ਪੂਰਨ ਸਵਰਾਜ ਦੀ ਡਿਮਾਂਡ, ਪੂਰਨ ਸਵਰਾਜ ਦੀ ਡਿਮਾਂਡ ਜੇ ਕੁਐਸਚਨ ਆ ਜਾਂਦਾ ਕਿ ਕਿਹੜੇ ਸੈਸ਼ਨ ਦੇ ਵਿੱਚ ਪੂਰਨ ਸਵਰਾਜ ਦੀ ਡਿਮਾਂਡ ਕੀਤੀ ਗਈ? ਉਹ ਕੀਤੀ ਗਈ ਸੀਗੀ ਲਾਹੌਰ ਦਾ ਜਿਹੜਾ ਸੈਸ਼ਨ ਸੀਗਾ 1929 ਦਾ। ਅਤੇ ਇਹਦੇ ਵਿੱਚ ਜਿਹੜੇ ਪ੍ਰੈਜ਼ੀਡੈਂਟ ਸੀਗੇ ਲਾਹੌਰ ਦੇ ਸੈਸ਼ਨ ਦੇ, ਉਹ ਕੌਣ ਸੀਗੇ? ਜਵਾਹਰ ਲਾਲ ਨਹਿਰੂ, ਠੀਕ ਹੈ। ਜਵਾਹਰ ਲਾਲ ਨਹਿਰੂ, ਇਹ ਵੀ ਤੁਸੀਂ ਯਾਦ ਰੱਖਣਾ, ਠੀਕ ਹੈ ਜੀ। ਜਵਾਹਰ ਲਾਲ ਨਹਿਰੂ, ਜਵਾਹਰ ਲਾਲ ਨਹਿਰੂ ਜੀ ਇਹਦੇ ਪ੍ਰੈਜ਼ੀਡੈਂਟ ਸੀਗੇ ਇਸ ਸੈਸ਼ਨ ਦੇ। ਇਹ ਸਾਰੇ ਫੈਕਟਰ ਤੁਸੀਂ ਯਾਦ ਰੱਖਣੇ ਆ, ਐਗਜ਼ਾਮ ਦੇ ਪੁਆਇੰਟ ਆਫ ਵਿਊ ਨਾਲ ਕਾਫੀ ਇੰਪੋਰਟੈਂਟ ਬਣਦੇ ਆ। ਅਤੇ ਨੈਕਸਟ ਕੁਐਸਚਨ ਵੱਲ ਵੱਧਦੇ ਆ। ਨੈਕਸਟ ਕੁਐਸਚਨ ਹੈਗਾ, ਵਿਚ ਆਫ ਦਾ ਫੋਲੋਇੰਗ ਇਵੈਂਟ ਵਾਜ਼ ਮੇਡ ਦਾ ਇੰਗਲਿਸ਼ ਈਸਟ ਇੰਡੀਆ ਕੰਪਨੀ ਦਾ ਲੈਜੀਟੀਮੇਟ ਮਾਸਟਰ ਆਫ ਦਾ ਬੰਗਾਲ ਸੂਬਾ। ਸਿੰਪਲ ਭਾਸ਼ਾ 'ਚ ਕੀ ਹੈ ਕਿ ਬੰਗਾਲ ਦੇ ਵਿੱਚ ਮਾਸਟਰੀ ਹਾਸਿਲ ਕਰਨ ਦਾ ਕਿਹੜਾ ਇਵੈਂਟ ਸੀਗਾ ਕਿ ਜਿਹਦੇ ਬਾਅਦ ਜਿਹੜੇ ਬ੍ਰਿਟਿਸ਼ ਸੀਗੇ ਬੰਗਾਲ ਦੇ ਉੱਪਰ ਪੂਰਾ ਉਹਨਾਂ ਨੇ ਕਬਜ਼ਾ ਕਰ ਲਿਆ ਜਾਂ ਫਿਰ ਉੱਥੋਂ ਦੇ ਮਾਸਟਰ ਬਣ ਗਏ। ਅਤੇ ਇਹ ਸੀਗਾ ਕਿਹੜਾ ਇਵੈਂਟ ਸੀਗਾ? ਅਤੇ ਇਹ ਸੀਗਾ ਬੈਟਲ ਆਫ ਬਕਸਰ ਦਾ। ਬੈਟਲ ਆਫ ਬਕਸਰ ਹੋਈ ਸੀਗੀ 1764 ਦੇ ਵਿੱਚ, ਇਹ ਵੀ ਤੁਸੀਂ ਯਾਦ ਰੱਖਣਾ। ਇਸ ਤੋਂ ਬਾਅਦ ਜਿਹੜਾ ਹੈਗਾ ਬੰਗਾਲ ਦੇ ਉੱਪਰ ਸਾਰਾ ਕਬਜ਼ਾ ਹੋ ਗਿਆ ਸੀਗਾ ਈਸਟ ਇੰਡੀਆ ਕੰਪਨੀ ਦਾ, ਜਾਂ ਫਿਰ ਕਹਿ ਸਕਦੇ ਹਾਂ ਬ੍ਰਿਟਿਸ਼ਿਸ ਦਾ, ਠੀਕ ਹੈ ਜੀ। ਇਹ ਤੁਸੀਂ ਗੱਲ ਯਾਦ ਰੱਖਣੀ ਹੈ। ਨੈਕਸਟ ਕੁਐਸਚਨ ਵੱਲ ਵੱਧਦੇ ਹਾਂ।
ਨੈਕਸਟ ਕੁਐਸਚਨ ਹੈਗਾ ਦਾ ਮੁਸਲਿਮ ਲੀਗ ਐਡਵੋਕੇਟਡ ਏ ਸੈਪਰੇਟ ਮੁਸਲਿਮ ਸਟੇਟ, ਮਤਲਬ ਕਿ ਐਸਾ ਕਿਹੜਾ ਸਮਾਂ ਸੀਗਾ ਜਾਂ ਫਿਰ ਐਸਾ ਕਿਹੜਾ ਸੈਸ਼ਨ ਸੀਗਾ ਜਦੋਂ ਮੁਸਲਿਮ ਲੀਗ ਨੇ ਕਿਹਾ ਕਿ ਸਾਨੂੰ ਇੱਕ ਅਲੱਗ ਸਟੇਟ ਚਾਹੀਦੀ ਹੈ, ਅਲੱਗ ਮੁਸਲਿਮ ਸਟੇਟ ਚਾਹੀਦੀ ਜਾਂ ਫਿਰ ਕਹਿ ਸਕਦੇ ਹਾਂ ਅਲੱਗ ਮੁਸਲਿਮ ਕੰਟਰੀ ਚਾਹੀਦੀ ਹੈ। ਤੇ ਐਸਾ ਕਿਹੜਾ ਇਵੈਂਟ ਸੀਗਾ? ਤੇ ਇਹ ਇਵੈਂਟ ਸੀਗਾ ਐਟ ਲਾਹੌਰ ਸੈਸ਼ਨ 1940। ਠੀਕ ਹੈ, ਤੇ ਤੁਸੀਂ ਕਨਫਿਊਜ਼ ਨਾ ਹੋਇਓ ਕਿਉਂਕਿ ਆਪਾਂ ਪਿਛਲਾ ਵੀ ਲਾਹੌਰ ਸੈਸ਼ਨ ਪੜ੍ਹਿਆ 1929 ਦਾ, ਜਿਹਦੇ ਵਿੱਚ ਕਿ ਪੂਰਨ ਸਵਰਾਜ ਤੇ ਜਿਹੜਾ ਤਿਰੰਗਾ ਫਹਿਰਾਇਆ ਗਿਆ ਸੀਗਾ, ਤੇ ਇਹ ਉਸ ਤੋਂ ਅਲੱਗ ਹੈਗਾ ਲਾਹੌਰ ਸੈਸ਼ਨ 1940 ਦਾ ਜਿਹੜਾ ਕਿ ਮੁਸਲਿਮ ਲੀਗ ਦਾ ਸੀਗਾ। ਠੀਕ ਹੈ, ਤੇ ਕਦੋਂ ਮੰਗ ਕੀਤੀ ਉਹਨਾਂ ਨੇ ਮੁਸਲਿਮ ਸਟੇਟ ਦੀ? ਮੁਸਲਿਮ ਲੀਗ ਨੇ ਇਹ ਕੀਤੀ ਸੀਗੀ ਲਾਹੌਰ ਦੇ ਸੈਸ਼ਨ 1940 ਦੇ ਵਿੱਚ। ਤੇ ਇਹ ਕੁਐਸਚਨ ਵੀ ਕਾਫੀ ਵਾਰ ਪੁੱਛਿਆ ਗਿਆ ਤੇ ਇਹ ਤੁਸੀਂ ਯਾਦ ਰੱਖਣਾ। ਠੀਕ ਹੈ, ਤੇ ਇਸ ਤੋਂ ਇਲਾਵਾ ਗੱਲ ਕਰੀਏ ਤਾਂ ਜਿਹੜਾ ਮੁਸਲਿਮ ਲੀਗ ਜੇਕਰ ਪੁੱਛਿਆ ਜਾਏ ਤਾਂ ਮੁਸਲਿਮ ਲੀਗ ਬਣੀ ਕਦੋਂ ਸੀਗੀ? ਤੇ ਇਹ ਬਣੀ ਸੀਗੀ 1906 ਦੇ ਵਿੱਚ। ਠੀਕ ਹੈ, ਇਹ ਵੀ ਤੁਸੀਂ ਗੱਲ ਯਾਦ ਰੱਖਣੀ ਹੈ। 1906 ਦੇ ਵਿੱਚ ਮੁਸਲਿਮ ਲੀਗ ਬਣੀ ਸੀਗੀ। ਕਿੱਥੇ ਬਣੀ ਸੀਗੀ? ਤੇ ਇਹ ਬਣੀ ਸੀਗੀ ਢਾਕਾ ਬੰਗਲਾਦੇਸ਼ ਦੇ ਵਿੱਚ। ਠੀਕ ਹੈ, ਬੰਗਲਾਦੇਸ਼। ਠੀਕ ਹੈ, ਇਹ ਤੁਸੀਂ ਗੱਲ ਯਾਦ ਰੱਖਣੀ ਹੈ। 1906 ਦੇ ਵਿੱਚ ਬਣੀ ਸੀਗੀ ਮੁਸਲਿਮ ਲੀਗ, ਢਾਕਾ ਬੰਗਲਾਦੇਸ਼ ਦੇ ਵਿੱਚ ਬਣੀ ਸੀਗੀ। ਇਸ ਤੋਂ ਇਲਾਵਾ ਜਿਹੜਾ ਕੁਐਸਚਨ ਹੈਗਾ ਕਿ ਮੁਸਲਿਮ ਸਟੇਟ ਦੀ ਡਿਮਾਂਡ ਕਦੋਂ ਕੀਤੀ? ਲਾਹੌਰ ਸੈਸ਼ਨ 1940 ਦੇ ਵਿੱਚ। ਠੀਕ ਹੈ ਜੀ, ਨੈਕਸਟ ਵਧਦੇ ਹਾਂ। ਇਨ ਵਿਚ ਸਟੇਟ ਵਾਜ਼ ਫਸਟ ਨੋਨ ਕਾਂਗਰਸ ਗਵਰਨਮੈਂਟ ਵਾਜ਼ ਸੈਟ ਅਪ ਇਨ ਇੰਡੀਪੈਂਡੈਂਟ ਇੰਡੀਆ। ਜਿਸ ਤਰ੍ਹਾਂ ਕਿ ਤੁਹਾਨੂੰ ਪਤਾ ਹੈਗਾ ਕਿ ਜਿਹੜਾ ਇੰਡੀਪੈਂਡੈਂਸ ਤੋਂ ਪਹਿਲੇ ਸੁਤੰਤਰਤਾ ਤੋਂ ਪਹਿਲੇ ਜਿਹੜੀ ਵੱਡੀ ਪਾਰਟੀ ਸੀਗੀ ਸਾਡੇ ਕੰਟਰੀ ਦੇ ਵਿੱਚ ਉਹ ਸੀਗੀ ਇੰਡੀਅਨ ਨੈਸ਼ਨਲ ਕਾਂਗਰਸ। ਤੇ ਜਿਹੜਾ ਇੰਡੀਪੈਂਡੈਂਸ ਤੋਂ ਬਾਅਦ ਵੀ ਜਿਹੜੀ ਵੱਡੀ ਪਾਰਟੀ ਸੀਗੀ ਉਹੀ ਇਹੀ ਸੀਗੀ ਇੰਡੀਅਨ ਨੈਸ਼ਨਲ ਕਾਂਗਰਸ। ਤੇ ਪੁੱਛਿਆ ਜਾ ਰਿਹਾ ਇਸ ਕੁਐਸਚਨ ਦੇ ਵਿੱਚ ਕਿ ਪਹਿਲੀ ਵਾਰੀ ਨੋਨ ਕਾਂਗਰਸ ਮਤਲਬ ਕਿ ਕਾਂਗਰਸ ਤੋਂ ਅਲੱਗ ਜਿਹੜੀ ਪਹਿਲੀ ਜਿਹੜੀ ਗਵਰਨਮੈਂਟ ਬਣੀ ਕਿਹੜੀ ਸਟੇਟ ਦੇ ਵਿੱਚ ਬਣੀ ਤੇ ਕਦੋਂ ਬਣੀ? ਠੀਕ ਹੈ, ਤੇ ਇਹ ਬਣੀ ਸੀਗੀ ਕੇਰਲਾ ਦੇ ਵਿੱਚ। ਇਹ ਤੁਸੀਂ ਯਾਦ ਰੱਖਣਾ, ਪਹਿਲੀ ਨੋਨ ਕਾਂਗਰਸ ਗਵਰਨਮੈਂਟ ਕਿੱਥੇ ਬਣੀ ਸੀਗੀ? ਇਹ ਬਣੀ ਸੀਗੀ ਕੇਰਲਾ ਦੇ ਵਿੱਚ। ਤੇ ਇਸ ਤੋਂ ਇਲਾਵਾ ਕਦੋਂ ਬਣੀ ਸੀਗੀ ਇਹ ਵੀ ਤੁਸੀਂ ਯਾਦ ਰੱਖਿਓ ਕਿ 1957 ਦੇ ਵਿੱਚ ਬਣੀ ਸੀਗੀ। ਠੀਕ ਹੈ, ਇਹ ਇੰਪੋਰਟੈਂਟ ਕੁਐਸਚਨ ਹੈਗਾ, ਇੰਪੋਰਟੈਂਟ ਮਾਰਕ ਕਰ ਲਓ ਇਹਨੂੰ। ਨੈਕਸਟ ਵਧਦੇ ਹਾਂ। ਹੂ ਇਜ਼ ਕਾਲਡ ਐਜ਼ ਦ ਫਾਦਰ ਆਫ ਇੰਡੀਅਨ ਨੈਸ਼ਨਲ ਕਾਂਗਰਸ? ਇੰਪੋਰਟੈਂਟ ਕੁਐਸਚਨ ਹੈਗਾ ਕਿ ਕਿਹਨਾਂ ਨੂੰ ਇੰਡੀਅਨ ਨੈਸ਼ਨਲ ਕਾਂਗਰਸ ਦਾ ਜਨਕ ਮੰਨਿਆ ਜਾਂਦਾ ਜਾਂ ਫਿਰ ਪਿਤਾ ਮੰਨਿਆ ਜਾਂਦਾ ਹੈ? ਤੇ ਇਹ ਈਜ਼ੀ ਕੁਐਸਚਨ ਹੈਗਾ, ਤੇ ਇਹ ਹੈਗਾ A.O. ਹਿਊਮ ਜੀ। ਠੀਕ ਹੈ, ਕਿਉਂਕਿ ਇਹਨਾਂ ਨੇ ਫਾਊਂਡੇਸ਼ਨ ਕੀਤੀ ਸੀਗੀ ਇੰਡੀਅਨ ਨੈਸ਼ਨਲ ਕਾਂਗਰਸ ਦੀ, ਇਸ ਕਰਕੇ ਇਹਨਾਂ ਨੂੰ ਫਾਦਰ ਆਫ ਇੰਡੀਅਨ ਨੈਸ਼ਨਲ ਕਾਂਗਰਸ ਮੰਨਿਆ ਜਾਂਦਾ ਹੈ। ਤੇ ਇਸ ਤੋਂ ਇਲਾਵਾ ਗੱਲ ਕਰੀਏ ਤਾਂ ਇੰਡੀਅਨ ਨੈਸ਼ਨਲ ਕਾਂਗਰਸ ਜਿਹੜੀ ਹੈਗੀ ਆ ਉਹ ਬਣੀ ਕਦੋਂ ਸੀਗੀ? ਤੇ 1885 ਦੇ ਵਿੱਚ। ਇਹ ਤੁਸੀਂ ਯਾਦ ਰੱਖਿਓ 1885 ਦੇ ਵਿੱਚ ਇੰਡੀਅਨ ਨੈਸ਼ਨਲ ਕਾਂਗਰਸ ਜਿਹੜੀ ਹੋਂਦ ਦੇ ਵਿੱਚ ਆਈ ਸੀਗੀ। ਤੇ ਇਸ ਤੋਂ ਇਲਾਵਾ ਗੱਲ ਕਰੀਏ ਤਾਂ ਫਸਟ ਸੈਸ਼ਨ ਕਦੋਂ ਹੋਇਆ ਸੀਗਾ ਇਹਦਾ ਤੇ ਕਿੱਥੇ ਹੋਇਆ ਸੀਗਾ? ਤੇ ਫਸਟ ਸੈਸ਼ਨ ਹੋਇਆ ਸੀਗਾ ਗੋਕੁਲ ਦਾਸ ਤੇਜਪਾਲ ਸੰਸਕ੍ਰਿਤ ਕਾਲਜ ਦੇ ਵਿੱਚ। ਠੀਕ ਹੈ, ਗੋਕੁਲ ਦਾਸ, ਇਹ ਤੁਸੀਂ ਯਾਦ ਰੱਖਣਾ, ਇੰਪੋਰਟੈਂਟ ਹੈਗਾ। ਕਈ ਵਾਰ ਕੁਐਸਚਨਾਂ ਦੇ ਵਿੱਚ ਪੁੱਛਿਆ ਗਿਆ ਗੋਕੁਲ ਦਾਸ ਤੇਜਪਾਲ ਸੰਸਕ੍ਰਿਤ ਕਾਲਜ। ਠੀਕ ਹੈ ਜੀ, ਤੇ ਇਹ ਕਿੱਥੇ ਹੈਗਾ? ਬੰਬੇ ਦੇ ਵਿੱਚ। ਬੰਬੇ ਦੇ ਵਿੱਚ ਗੋਕੁਲ ਦਾਸ ਤੇਜਪਾਲ ਸੰਸਕ੍ਰਿਤ ਕਾਲਜ ਦੇ ਵਿੱਚ ਜਿਹੜਾ ਫਸਟ ਸੈਸ਼ਨ ਹੋਇਆ ਸੀਗਾ। ਤੇ ਬਣੀ ਕਦੋਂ ਸੀਗੀ? 1885 ਦੇ ਵਿੱਚ। ਕਿਹਨੇ ਬਣਾਈ ਸੀਗੀ? A.O. ਹਿਊਮ ਨੇ। ਜੇ ਪੁੱਛਿਆ ਜਾਏ ਇਸ ਫਸਟ ਸੈਸ਼ਨ ਦਾ ਜਿਹੜਾ ਪ੍ਰੈਜ਼ੀਡੈਂਟ ਕੌਣ ਸੀਗੇ? ਠੀਕ ਹੈ, ਤੇ ਪ੍ਰੈਜ਼ੀਡੈਂਟ ਕੌਣ ਸੀਗੇ? ਉਹ ਸੀਗੇ W.C. ਬੈਨਰਜੀ। ਠੀਕ ਹੈ, ਇਹ ਵੀ ਤੁਸੀਂ ਯਾਦ ਰੱਖਣਾ, W.C. ਬੈਨਰਜੀ। ਠੀਕ ਹੈ, ਇਹ ਵੀ ਕੁਐਸਚਨ ਪੁੱਛਿਆ ਗਿਆ ਕਿ ਜਿਹੜਾ ਫਸਟ ਸੈਸ਼ਨ ਹੋਇਆ ਸੀਗਾ ਉਹਦੇ ਪ੍ਰੈਜ਼ੀਡੈਂਟ ਕੌਣ ਸੀਗੇ? ਤੇ ਉਹ ਸੀਗੇ W.C. ਬੈਨਰਜੀ। ਤੇ ਨੈਕਸਟ ਵਧਦੇ ਹਾਂ। ਜੇਕਰ ਤੁਹਾਨੂੰ ਸੈਸ਼ਨ ਪਸੰਦ ਆ ਰਿਹਾ, ਲੈਕਚਰ ਪਸੰਦ ਆ ਰਿਹਾ ਤਾਂ ਪਲੀਜ਼ ਲਾਈਕ ਕਰ ਦਿਓ ਇਸ ਵੀਡੀਓ ਨੂੰ, ਤੇ ਜੇਕਰ ਸਬਸਕ੍ਰਾਈਬ ਨਹੀਂ ਕੀਤਾ ਤਾਂ ਸਬਸਕ੍ਰਾਈਬ ਵੀ ਜ਼ਰੂਰ ਕਰ ਦਿਓ ਸਾਡੇ ਚੈਨਲ ਨੂੰ। ਠੀਕ ਹੈ ਜੀ, ਨੈਕਸਟ ਕੁਐਸਚਨ ਦੇਖ ਲੈਂਦੇ ਹਾਂ। ਮੋਹਨਦਾਸ ਕਰਮਚੰਦ ਗਾਂਧੀ ਵਾਜ਼ ਕਾਲਡ ਐਜ਼ ਮਹਾਤਮਾ ਬਾਏ, ਮਤਲਬ ਕਿ ਜਿਹੜੇ ਪਹਿਲੀ ਗੱਲ ਤੇ ਗਾਂਧੀ ਜੀ ਦਾ ਪੂਰਾ ਨਾਮ ਕੀ ਸੀਗਾ? ਮੋਹਨਦਾਸ ਕਰਮਚੰਦ ਗਾਂਧੀ। ਠੀਕ ਹੈ, ਤੇ ਉਹਨਾਂ ਨੂੰ ਮਹਾਤਮਾ ਦਾ ਜਿਹੜਾ ਟਾਈਟਲ ਹੈਗਾ ਕਿਹਨਾਂ ਨੇ ਦਿੱਤਾ ਸੀਗਾ? ਤੇ ਇਹ ਦਿੱਤਾ ਸੀਗਾ ਰਵਿੰਦਰਨਾਥ ਟੈਗੋਰ ਜੀ ਨੇ। ਇਹ ਤੁਸੀਂ ਯਾਦ ਰੱਖਣਾ। ਹੁਣ ਇੱਕ ਗੱਲ ਯਾਦ ਰੱਖਿਓ ਕਿ ਮਹਾਤਮਾ ਦਾ ਟਾਈਟਲ ਰਵਿੰਦਰਨਾਥ ਟੈਗੋਰ ਜੀ ਨੇ ਗਾਂਧੀ ਜੀ ਨੂੰ ਦਿੱਤਾ। ਠੀਕ ਹੈ, ਤੇ ਇਹ ਵੀ ਗੱਲ ਦਾ ਯਾਦ ਰੱਖਿਓ ਕਿ ਗਾਂਧੀ ਜੀ ਨੇ ਜਿਹੜਾ ਰਵਿੰਦਰਨਾਥ ਟੈਗੋਰ ਜੀ ਨੂੰ ਜਿਹੜਾ ਟਾਈਟਲ ਦਿੱਤਾ ਸੀਗਾ ਉਹ ਸੀਗਾ ਗੁਰੂਦੇਵ ਦਾ। ਠੀਕ ਹੈ, ਕਨਫਿਊਜ਼ ਨਹੀਂ ਹੋਣਾ ਕਿ ਰਵਿੰਦਰਨਾਥ ਟੈਗੋਰ ਜੀ ਨੇ ਮਹਾਤਮਾ ਗਾਂਧੀ ਨੂੰ ਟਾਈਟਲ ਦਿੱਤਾ ਮਹਾਤਮਾ ਦਾ, ਤੇ ਮਹਾਤਮਾ ਗਾਂਧੀ ਜੀ ਨੇ ਜਿਹੜਾ ਰਵਿੰਦਰਨਾਥ ਟੈਗੋਰ ਜੀ ਨੂੰ ਕਿਹੜਾ ਟਾਈਟਲ ਦਿੱਤਾ? ਗੁਰੂਦੇਵ ਦਾ। ਠੀਕ ਹੈ, ਇਹ ਗੱਲ ਤੁਸੀਂ ਯਾਦ ਰੱਖਣੀ ਹੈ, ਇੰਪੋਰਟੈਂਟ ਹੈਗੀ ਆ। ਨੈਕਸਟ ਵਧਦੇ ਹਾਂ।
ਨੈਕਸਟ ਕੁਐਸਚਨ ਹੈਗਾ ਹੂ ਰਿਗਾਰਡਡ ਐਜ਼ ਫਾਦਰ ਆਫ ਲੋਕਲ ਸੈਲਫ ਗਵਰਨਮੈਂਟ ਇਨ ਇੰਡੀਆ। ਤਾਂ ਲੋਕਲ ਸੈਲਫ ਗਵਰਨਮੈਂਟ ਆਫ ਇੰਡੀਆ ਦਾ ਜਿਹੜਾ ਫਾਦਰ ਕਿਹਨੂੰ ਮੰਨਿਆ ਜਾਂਦਾ, ਜਿਸ ਤਰ੍ਹਾਂ ਕਿ ਅੱਜ ਦੇ ਟਾਈਮ ਤੇ ਪੰਚਾਇਤ ਜਾਂ ਫਿਰ ਮੁਨਸਿਪੈਲਿਟੀ ਹੈਗੀ ਆ, ਉਹ ਵੀ ਇੱਕ ਤਰ੍ਹਾਂ ਦੀ ਲੋਕਲ ਸੈਲਫ ਗਵਰਨਮੈਂਟ ਹੀ ਹੈਗੀ ਆ। ਤੇ ਇਹਨਾਂ ਦਾ ਜਨਕ ਕਿਹਨੂੰ ਮੰਨਿਆ ਜਾਂਦਾ ਇੰਡੀਆ ਦੇ ਵਿੱਚ, ਜਾਂ ਫਿਰ ਫਾਦਰ ਕਿਹਨੂੰ ਕਿਹਾ ਜਾਂਦਾ ਇੰਡੀਆ ਦੇ ਵਿੱਚ? ਤੇ ਇਹ ਕਿਹਾ ਜਾਂਦਾ ਲਾਰਡ ਰਿਪਨ ਨੂੰ। ਇਹ ਤੁਸੀਂ ਯਾਦ ਰੱਖਣਾ, ਲਾਰਡ ਰਿਪਨ ਨੂੰ ਕਿਹਾ ਜਾਂਦਾ ਫਾਦਰ ਆਫ ਲੋਕਲ ਸੈਲਫ ਗਵਰਨਮੈਂਟ ਇਨ ਮਾਡਰਨ ਇੰਡੀਆ। ਠੀਕ ਹੈ, ਇਹ ਗੱਲ ਤੁਸੀਂ ਯਾਦ ਰੱਖਣੀ ਹੈ। ਇਸ ਤੋਂ ਇਲਾਵਾ ਇੱਕ ਹੋਰ ਗੱਲ ਕਰ ਰਹੀ ਹੈ ਇਹਦੇ ਵਿੱਚ ਹੀ, ਤੇ ਲਾਰਡ ਕਰਜ਼ਨ ਜਿਹੜੇ ਸੀਗੇ 1905 ਦੇ ਵਿੱਚ, ਠੀਕ ਹੈ, ਜਿਸ ਤਰ੍ਹਾਂ ਤੁਹਾਨੂੰ ਪਤਾ ਹੋਏਗਾ 1905 ਦੇ ਵਿੱਚ ਕੀ ਹੋਇਆ ਸੀਗਾ, ਪਾਰਟੀਸ਼ਨ ਆਫ ਬੰਗਾਲ। ਠੀਕ ਹੈ, ਇਹ ਤੁਸੀਂ ਯਾਦ ਰੱਖਣਾ, ਪਾਰਟੀਸ਼ਨ ਆਫ ਬੰਗਾਲ ਕਦੋਂ ਹੋਈ ਸੀਗੀ? ਪਾਰਟੀਸ਼ਨ ਆਫ ਬੰਗਾਲ ਕਦੋਂ ਹੋਈ ਸੀਗੀ? 1905 ਦੇ ਵਿੱਚ ਹੋਈ ਸੀਗੀ। ਤੇ ਉਸ ਟਾਈਮ ਤੇ ਜਿਹੜੇ ਵਾਇਸਰੋਏ ਸੀਗੇ ਉਹ ਕੌਣ ਸੀਗੇ? ਲਾਰਡ ਕਰਜ਼ਨ। ਇਹ ਗੱਲ ਤੁਸੀਂ ਯਾਦ ਰੱਖਣੀ ਹੈ। ਠੀਕ ਹੈ, ਇਹ ਵੀ ਇੰਪੋਰਟੈਂਟ ਬੰਦਾ, ਇਹ ਵੀ ਕੁਐਸਚਨ ਪੁੱਛਿਆ ਗਿਆ। ਨੈਕਸਟ ਵਧਦੇ ਹਾਂ ਆਪਣੇ ਨੈਕਸਟ ਕੁਐਸਚਨ ਵੱਲ। ਫॉर ਵਿਚ ਕਮਿਊਨਿਟੀ ਵਰ ਸੀਟ ਰਿਜ਼ਰਵਡ ਬਾਏ ਮੋਰਲੇ ਮਿੰਟੋ ਰਿਫਾਰਮ। ਮੈਂ ਤੁਹਾਨੂੰ ਮੋਰਲੇ ਮਿੰਟੋ ਰਿਫਾਰਮ ਕਾफ़ी ਬਾਰ ਪੜ੍ਹਾ ਚੁੱਕਿਆ। ਸਭ ਤੋਂ ਪਹਿਲੀ ਗੱਲ, ਮੋਰਲੇ ਮਿੰਟੋ ਰਿਫਾਰਮ ਕਦੋਂ ਆਇਆ ਸੀਗਾ? ਠੀਕ ਹੈ, ਮੋਰਲੇ ਮਿੰਟੋ ਰਿਫਾਰਮ ਮੈਂ ਤੁਹਾਨੂੰ ਕਈ ਵਾਰ ਦੱਸ ਗਿਆ 1909 ਦੇ ਵਿੱਚ ਆਇਆ ਸੀਗਾ, ਜਿਹਦੇ ਵਿੱਚ ਜਿਹੜੇ ਮਿੰਟੋ ਸੀਗੇ ਉਹ ਵਾਇਸਰੋਏ ਸੀਗੇ ਉਸ ਟਾਈਮ ਤੇ, ਤੇ ਮੋਰਲੇ ਕੌਣ ਸੀਗੇ? ਸੈਕਟਰੀ ਆਫ ਦਾ ਸਟੇਟ ਸੀਗੇ ਉਸ ਟਾਈਮ ਤੇ। ਠੀਕ ਹੈ, ਤੇ ਮੋਰਲੇ ਮਿੰਟੋ ਰਿਫਾਰਮ ਆਇਆ ਸੀਗਾ 1909 ਦੇ ਵਿੱਚ। ਤੇ ਕੁਐਸਚਨ 'ਚ ਪੁੱਛਿਆ ਗਿਆ ਕਿ ਇਸ ਰਿਫਾਰਮ ਨੇ ਕਿਹਦੇ ਵਾਸਤੇ ਜਿਹੜੀ ਹੈਗੀ ਆ ਸੀਟਾਂ ਰਿਜ਼ਰਵਡ ਕੀਤੀਆਂ ਸੀਗੀਆਂ? ਤੇ ਮੈਂ ਤੁਹਾਨੂੰ ਕਈ ਵਾਰ ਦੱਸ ਚੁੱਕਿਆ ਕਿ ਮੁਸਲਿਮਸ ਵਾਸਤੇ ਸੀਟਾਂ ਰਿਜ਼ਰਵਸ ਕੀਤੀਆਂ ਗਿਆ ਸੀਗਾ। ਆਲ ਓਵਰ ਇਹਨਾਂ ਨੇ ਮੋਰਲੇ ਮਿੰਟੋ ਰਿਫਾਰਮ ਦੇ ਵਿੱਚ ਇੱਕ ਕਨਸੈਪਟ ਲਿਆਂਦਾ ਸੀਗਾ ਸੈਪਰੇਟ ਇਲੈਕਟ੍ਰੇਟ ਦਾ। ਸੈਪਰੇਟ ਇਲੈਕਟਡ ਔਨ ਦਾ ਬੇਸਿਸ ਆਫ ਦਾ ਰਿਲੀਜਨ। ਤੇ ਇਹਦੇ ਵਿੱਚ ਕੀ ਸੀਗਾ ਕਿ ਜਿਹੜੇ ਮੁਸਲਿਮ ਕੈਂਡੀਡੇਟ ਹੈਗੇ ਆ ਤੇ ਉਹਨਾਂ ਨੂੰ ਮੁਸਲਿਮ ਵੋਟਰਸ ਹੀ ਵੋਟ ਪਾ ਸਕਦੇ ਆ। ਠੀਕ ਹੈ ਜੀ, ਇਸ ਤਰ੍ਹਾਂ ਦਾ ਕਨਸੈਪਟ ਲਿਆਂਦਾ ਸੀਗਾ ਇਹਨਾਂ ਨੇ ਮੋਰਲੇ ਮਿੰਟੋ ਰਿਫਾਰਮ ਦੇ ਵਿੱਚ। ਜਿਹੜੇ ਮਿੰਟੋ ਸੀਗੇ ਉਸ ਟਾਈਮ ਤੇ ਮੈਂ ਤੁਹਾਨੂੰ ਦੱਸਿਆ ਕਿ ਵਾਇਸਰੋਏ ਸੀਗੇ, ਤੇ ਇਹੀ ਚੀਜ਼ ਲਿਆਉਣ ਵਾਸਤੇ, ਸੈਪਰੇਟ ਇਲੈਕਟ੍ਰੇਟ ਦਾ ਸਿਸਟਮ ਲਿਆਉਣ ਵਾਸਤੇ ਜਿਹੜਾ ਮਿੰਟੋ ਹੈਗੇ ਆ ਵਾਇਸਰੋਏ ਜਿਹੜੇ ਸੀਗੇ ਉਸ ਟਾਈਮ ਤੇ, ਉਹਨਾਂ ਨੂੰ ਫਾਦਰ ਆਫ ਕਮਿਊਨਲ ਇਲੈਕਟ੍ਰੇਟ ਦਾ ਦਰਜਾ ਵੀ ਦਿੱਤਾ ਗਿਆ। ਇਹ ਵੀ ਗੱਲ ਤੁਸੀਂ ਯਾਦ ਰੱਖਣੀ ਹੈ। ਠੀਕ ਹੈ, ਫਾਦਰ ਆਫ ਕਮਿਊਨਲ ਇਲੈਕਟ੍ਰੇਟ। ਠੀਕ ਹੈ ਜੀ, ਇਹ ਵੀ ਗੱਲ ਤੁਸੀਂ ਯਾਦ ਰੱਖਣੀ ਹੈ ਕਿ ਕੁਐਸਚਨ ਪੁੱਛਿਆ ਜਾਂਦਾ ਕਿ ਫਾਦਰ ਆਫ ਕਮਿਊਨਲ ਇਲੈਕਟ੍ਰੇਟ ਕਿਹਨੂੰ ਕਿਹਾ ਜਾਂਦਾ, ਤੇ ਇਹ ਕਿਹਾ ਜਾਂਦਾ ਲਾਰਡ ਮਿੰਟੋ ਨੂੰ। ਠੀਕ ਹੈ, ਜਿਹੜੇ ਕਿ ਵਾਇਸਰੋਏ ਸੀਗੇ ਉਸ ਟਾਈਮ ਤੇ, ਜਦੋਂ ਮੋਰਲੇ ਮਿੰਟੋ ਰਿਫਾਰਮ ਆਇਆ ਸੀਗਾ 1909 ਦੇ ਵਿੱਚ। ਤੇ ਨੈਕਸਟ ਕੁਐਸਚਨ ਵੱਲ ਵੱਧਦੇ ਹਾਂ। ਨੈਕਸਟ ਕੁਐਸਚਨ ਹੈਗਾ ਵਿਚ ਡੇ ਵਾਜ਼ ਡਿਕਲੇਅਰਡ ਐਜ਼ ਡਾਇਰੈਕਟ ਐਕਸ਼ਨ ਡੇ। ਇਹ ਵੀ ਇੰਪੋਰਟੈਂਟ ਹੈਗਾ। ਤੇ ਡਾਇਰੈਕਟ ਐਕਸ਼ਨ ਡੇ ਮੁਸਲਿਮ ਲੀਗ ਨੇ ਕਦੋਂ ਡਿਕਲੇਅਰ ਕੀਤਾ ਸੀਗਾ? ਤੇ ਇਹ ਡਿਕਲੇਅਰ ਕੀਤਾ ਸੀਗਾ 16 ਅਗਸਤ 1946 ਦੇ ਵਿੱਚ। ਇਹ ਤੁਸੀਂ ਯਾਦ ਰੱਖਣਾ, ਇੰਪੋਰਟੈਂਟ ਡੇਟ ਹੈਗੀ ਹੈ। ਕੀ ਹੋਇਆ ਸੀਗਾ ਕਿ ਜਿਸ ਤਰ੍ਹਾਂ ਮੈਂ ਤੁਹਾਨੂੰ ਦੱਸਿਆ ਸੀਗਾ ਕਿ ਲਾਹੌਰ ਸੈਸ਼ਨ ਦੇ ਵਿੱਚ ਮੁਸਲਿਮ ਲੀਗ ਨੇ ਕਹਿ ਦਿੱਤਾ ਸੀਗਾ ਕਿ ਆਪਾਂ ਅਲੱਗ ਸਟੇਟ ਚਾਹੀਦੀ, ਸਾਨੂੰ ਅਲੱਗ ਮੁਸਲਿਮ ਸਟੇਟ ਚਾਹੀਦੀ ਹੈਗੀ ਹੈ। ਤੇ ਲਾਹੌਰ ਸੈਸ਼ਨ 1940 ਦਾ ਸੀਗਾ ਉਹ ਲਾਹੌਰ ਸੈਸ਼ਨ। ਉਸ ਤੋਂ ਬਾਅਦ 1946 ਦੇ ਵਿੱਚ ਜਿਹੜੀ ਹੈਗੀ ਹੈ ਉਹ ਕੈਬਨਿਟ ਮਿਸ਼ਨ ਆ ਗਿਆ ਸੀਗਾ, ਹੈ ਨਾ। ਕੈਬਨਿਟ ਮਿਸ਼ਨ ਆ ਗਿਆ ਸੀਗਾ, ਤੇ ਕੈਬਨਿਟ ਮਿਸ਼ਨ ਨਾਲ ਦੇ ਆਉਣ ਨਾਲ ਇਹਨਾਂ ਦੀ ਜਿਹੜੀ ਇੱਕ ਅਲੱਗ ਸਟੇਟ ਬਣਾਉਣ ਦੀ ਜਿਹੜੀ ਖੁਆਇਸ਼ ਸੀਗੀ, ਇਹਨਾਂ ਨੂੰ ਲੱਗਦਾ ਸੀਗਾ ਕਿ ਉਹ ਪੂਰੀ ਨਹੀਂ ਹੋ ਪਾਏਗੀ। ਇਸ ਕਰਕੇ ਜਿਹੜੇ ਮੁਸਲਿਮ ਲੀਗ ਦੇ ਉਸ ਟਾਈਮ ਤੇ ਜਿਹੜੇ ਹੈੱਡ ਸੀਗੇ ਮੁਹੰਮਦ ਅਲੀ ਜਿੰਨਾ, ਉਹਨਾਂ ਨੇ ਕੀ ਕਿਹਾ ਕਿ ਇੱਕ ਡਾਇਰੈਕਟ ਐਕਸ਼ਨ ਦਾ ਜਿਹੜਾ ਡੇ ਪਲਾਨ ਕੀਤਾ। ਇਹਦੇ ਜਦੋਂ ਇਹਨਾਂ ਨੇ ਪਲਾਨ ਕੀਤਾ ਤੇ ਉਸ ਤੋਂ ਬਾਅਦ ਕਾਫੀ ਜ਼ਿਆਦਾ ਖੂਨ ਖਰਾਬਾ ਹੋਇਆ ਕੰਟਰੀ ਦੇ ਵਿੱਚ, ਕਾਫੀ ਜ਼ਿਆਦਾ ਵਾਇਲੈਂਸ ਹੋਈ। ਠੀਕ ਹੈ, ਤੇ ਇਹਨੂੰ ਕਾਫੀ ਮਾੜਾ ਦਿਨ ਮੰਨਿਆ ਜਾਂਦਾ ਹੈ। ਠੀਕ ਹੈ ਜੀ, ਤੇ ਉਹ ਕਦੋਂ ਸੀਗਾ? 16 ਅਗਸਤ 1946 ਦਾ। ਠੀਕ ਹੈ, ਇਹ ਤੁਸੀਂ ਯਾਦ ਰੱਖਣਾ। ਨੈਕਸਟ ਕੁਐਸਚਨ ਹੈਗਾ ਵਿਚ ਆਫ ਦਾ ਫੋਲੋਇੰਗ ਪੇਅਰ ਇਜ਼ ਨੋਟ ਕਰੈਕਟਲੀ ਮੈਚ। ਤੇ ਇਹਨਾਂ ਨੂੰ ਆਪਾਂ ਸਹੀ ਮੈਚ ਦੇਖਣਾ ਹੈਗਾ ਕਿਹੜੇ ਕਰਦੇ ਤੇ ਕਿਹੜਾ ਸਹੀ ਮੈਚ ਨਹੀਂ ਕਰਦਾ। ਤੇ ਲਾਰਡ ਡਲਹੌਜ਼ੀ ਨੇ, ਮੈਂ ਤੁਹਾਨੂੰ ਕਈ ਵਾਰ ਦੱਸ ਚੁੱਕਿਆ ਕਿ ਡਾਕਟਰੀਨ ਆਫ ਲੈਬਸ ਦਾ ਜਿਹੜਾ ਕਨਸੈਪਟ ਹੈਗਾ, ਇਹ ਕੁਐਸਚਨ ਡਾਇਰੈਕਟਲੀ ਪੁੱਛੇ ਜਾਂਦੇ ਕਈ ਵਾਰੀ। ਤੇ ਤੁਸੀਂ ਧਿਆਨ ਨਾਲ ਦੇਖ ਲੈਣਾ ਕਿ ਡਾਕਟਰੀਨ ਆਫ ਲੈਬਸ ਕੌਣ ਲੈ ਕੇ ਆਇਆ ਸੀਗਾ, ਸਬਸਿਡਰੀ ਅਲਾਇੰਸ ਕੌਣ ਲੈ ਕੇ ਆਇਆ ਸੀਗਾ। ਠੀਕ ਹੈ, ਇਹ ਤੁਸੀਂ ਡਾਇਰੈਕਟ ਤੁਹਾਨੂੰ ਯਾਦ ਹੋਣਾ ਚਾਹੀਦਾ। ਤੇ ਇਹ ਕੁਐਸਚਨ ਤਾਂ ਸਹੀ ਹੈਗਾ ਕਿ ਜਿਹੜਾ ਲਾਰਡ ਡਲਹੌਜ਼ੀ ਨੇ ਡਾਕਟਰੀਨ ਆਫ ਲੈਬਸ ਲੈ ਕੇ ਆਏ ਸੀਗੇ। ਠੀਕ ਹੈ, ਤੇ ਇਸ ਤੋਂ ਇਲਾਵਾ ਇਹ ਵੀ ਪੁਆਇੰਟ ਠੀਕ ਹੈਗਾ ਕਿ ਇੰਡੀਅਨ ਕੌਂਸਲ ਐਕਟ ਜਿਹੜਾ 1909 ਦੇ ਵਿੱਚ ਆਇਆ ਸੀਗਾ, ਉਸ ਟਾਈਮ ਤੇ ਵਾਇਸਰੋਏ ਕੌਣ ਸੀਗੇ? ਲਾਰਡ ਮਿੰਟੋ। ਤੇ ਇੰਡੀਅਨ ਕੌਂਸਲ ਐਕਟ ਨੂੰ ਹੀ ਮੈਂ ਤੁਹਾਨੂੰ ਦੱਸਿਆ ਸੀਗਾ ਕਿ ਮੋਰਲੇ ਮਿੰਟੋ ਰਿਫਾਰਮ ਵੀ ਕਿਹਾ ਜਾਂਦਾ, ਜਿਹੜਾ ਹੁਣੇ ਆਪਾਂ ਪੜ੍ਹਿਆ ਹੈ ਨਾ, ਮੋਰਲੇ ਮਿੰਟੋ ਰਿਫਾਰਮ।
ठीक है जी, ये भी गल ठीक हैगी है। तो लॉर्ड वेलीजली ने सबसिडरी अलायंस लिया, ये भी गल सही हैगी है। तो जो चौथा पॉइंट है वो गलत है, लॉर्ड कर्जन ने नहीं लिया सीगा वरनैकुलर प्रैस एक्ट, ये लिया सीगा लॉर्ड लिटन ने। ठीक है, ये तुसीं याद रखना। ठीक है, लॉर्ड लिटन ने कॉन्सैप्ट लिया सीगा वरनैकुलर प्रैस एक्ट का, जोड़ा कि 1878 दे विच आया सीगा। बाकी चीज़ां भी याद रखियो कि लॉर्ड डलहौजी ने लिया डॉक्ट्रिन ऑफ लैप्स का कॉन्सैप्ट, तो वेलीजली ने लिया सबसिडरी अलायंस का कॉन्सैप्ट। तो तुहानूं ये चीज़ां जेकर नहीं पता तो मैं तुहानूं एक छोटा छोटा रिव्यू दे देना कि डॉक्ट्रिन ऑफ लैप्स की सीगा कि तो जो ब्रिटिश कंट्रोल सीगा इंडिया दे विच, ते जिन्ने भी उस टाइम ते किंग सीगे, जेकर उन्होंने घर अपनी संतान नहीं सी हुंदी ते ਉਹ ਜੇਕਰ ਕੋਈ ਗੋਦ ਲੈ ਲੈਂਦੇ ਸੀਗੇ ਬੱਚਾ, ਤੇ ਜਿਹੜੇ ਬ੍ਰਿਟਿਸ਼ ਗਵਰਨਮੈਂਟ ਸੀਗੀ ਤੇ ਉਹਨਾਂ ਨੂੰ ਕਦੇ ਵੀ ਜਿਹੜੀ ਗੋਦ ਲਈ ਔਲਾਦ ਨੂੰ ਕਦੇ ਵੀ ਉਹਦਾ ਉੱਤਰਾਧਿਕਾਰੀ ਨਹੀਂ ਸੀ ਮੰਨਦੀ, ਤੇ ਜਿਹੜਾ ਵੀ ਉਹਨਾਂ ਦਾ ਕਿੰਗਡਮ ਸੀਗਾ ਉਹ ਸਾਰਾ ਕੈਪਚਰ ਕਰ ਲੈਂਦੀ ਸੀਗੀ। ਠੀਕ ਹੈ ਜੀ, ਇਹ ਤੁਸੀਂ ਯਾਦ ਰੱਖਣਾ ਡਾਕਟਰੀਨ ਆਫ ਲੈਪਸ 'ਚ ਇੱਦਾਂ ਹੁੰਦਾ ਸੀਗਾ। तो डॉक्ट्रिन ऑफ लैप्स के अंडर जी सब तो पहली उन्होंने कैप्चर की ब्रिटिश सरकार ने जी एरिया कैप्चर किया वो 17। ये भी क्वेश्चन पूछा गया कई बार कि पहली जी डॉक्ट्रिन ऑफ लैप्स के तहत जी पहली एरिया कवर होया कैप्चर होया वो 17। तो जेकर सबसिडरी अलायंस की गल करिए तो यदा भी तुहानूं थोड़ा जिहा आइडिया दे देना ये कि हुंदा सीगा कि जिहड़ी ब्रिटिश गवर्नमेंट सीगी वो अपनी पहली गल तो राजियां नूं जाके थोड़ा जिहा डरा दिंदी सीगी कि जिहड़े नाल वाले एरिया हैगे वो तुहाडे ते अटैक करने वाले। तो इहदे नाल की हुंदा सीगा कि ब्रिटिश आर्मी अपनी आर्मी थोड़ी उस राजे दे अंडर रख दिंदी सीगी उहदी रक्षा दे लई, तो ये बदले जोड़ा राजा है उन्होंने पैसे देने पैंदे सीगे ब्रिटिश राजे नूं। आई होप तुहानूं इन्ना समझ लग गया होना, जेकर नहीं समझ लग्या तो कोई गल नहीं, आपां इन्हां चीज़ां नूं बार बार डिस्कस करते रहांगे तो तुहानूं चंगी तरह पता चल जाएगा। ठीक है जी, नैक्सट क्वेश्चन है डू और डाई जदों गांधी जी गेव दिस मंत्र टू द नेशन ऑन ईव ऑफ विच मास मूवमेंट। पहली गल तो पता होगी कि जोड़ा डू और डाई का जोड़ा मंत्र है करो या मरो का जोड़ा नारा है किन्ने दिता सीगा, वो गांधी जी ने दिता सीगा। तो ये नारा उन्होंने कदों दिता सीगा, तो ये उन्होंने दिता सीगा क्विट इंडिया मूवमेंट के टाइम ते, जोड़ा कि 1942 दे विच होया सीगा। ये भी तुसीं याद रखना कि 1942 दे विच जोड़ा क्विट इंडिया मूवमेंट चलिया सीगा। तो इस तो इलावा गल करिए तो जोड़ा साल्ट सत्याग्रह है वो तुहानूं पता ही है कि 1930 दे विच आया सीगा, जिहदे विच गांधी जी ने डांडी मार्च किया सीगा साबरमती तो लैके दांडी तक। ठीक है जी, साबरमती तो दांडी। जोड़ा साल्ट एक्ट साल्ट के उत्ते जो टैक्स लग रहा सीगा उहदे विरोध विच इन्होंने एक दांडी मार्च किया सीगा साल्ट सत्याग्रह जिन्होंने कहते हैं। ठीक है जी, तो इस तो इलावा नॉन कोऑपरेशन मूवमेंट जोड़ा 1920 दे विच चलिया सीगा, ये भी तुसीं याद रखना। ये चीज़ां सारियां तुसीं याद रखनियां, सारे डायरैक्ट क्वेश्चन के रूप दे विच भी पुछी जांदियां। तो नैक्सट वधदे अपने नैक्सट क्वेश्चन वाल। हू वाज फस्ट गवर्नर जनरल ऑफ इंडिया। इंपोर्टेंट क्वेश्चन है कि पहले इंडियन, ध्यान नाल क्वेश्चन पढ़ना कि पहले इंडियन गवर्नर जनरल कौन सीगे इंडिया दे। ठीक है, पहले जोड़े रहे सीगे गवर्नर जनरल वो तो सारे अंग्रेज सीगे, तो ऐसे किहड़े भारतीय गवर्नर जनरल रहे आ, तो वो सीगे सी राजगोपालाचारी जी, ये तुसीं याद रखना। ठीक है जी, तो ये सारिया चीज़ां कि पहले गवर्नर जनरल पहले वॉइस रॉय यदा सारा मैं तुहानूं इकट्ठा ही प्रोवाइड कराता है कि फस्ट गवर्नर जनरल कौन सीगे बंगाल दे, ये तुसीं याद रखना कि वॉरेन हेस्टिंग सीगे। तो उस तो बाद फस्ट गवर्नर जनरल ऑफ इंडिया बने सीगे वो सीगे विलियम बेंटिक। उस तो बाद फस्ट वॉइस रॉय कौन सीगे, वो सीगे लॉर्ड कैनिंग। तो फस्ट गवर्नर जनरल ऑफ इंडिया मतलब कि 1947 के बाद जोड़े पहले गवर्नर जनरल सीगे और सीगे लॉर्ड माउंटबेटन। तो जोड़ा मैं असी हुणे पढ़िया कि ओनली इंडियन कल्ले भारतीय जोड़े गवर्नर जनरल बने सीगे फ्री इंडिया दे विच वो सीगे सी राजगोपालाचारी जी, ये तुसीं याद रखना। इंपोर्टेंट बनता है सारे एग्जाम के लिए, इस करके तुसीं ये सारे याद कर लेने। ठीक है जी, नैक्सट वधदे अपने नैक्सट क्वेश्चन वाल। नैक्सट क्वेश्चन है नवंबर 26 1949 या फिर 1949 इज़ ए सिग्निफिकेंट डे इन आवर कॉन्स्टिट्यूशनल हिस्टरी। क्यों है 26 नवंबर 1949 एक इंपोर्टेंट दिन साडे इंडियन हिस्टरी का, क्योंकि उदों की होया सीगा कॉन्स्टिट्यूशन अडोप्ट होया सीगा। ठीक है, कॉन्स्टिट्यूशन की होया सीगा अडोप्ट होया सीगा, अपनाया गया सीगा 26 नवंबर 1949 नूं। ते इस तो इलावा गल करिए तो 26 जनवरी
1950 ਨੂੰ ਹੋਂਦ ਵਿੱਚ ਆਇਆ ਸੀਗਾ। ਲਾਗੂ ਕਦੋਂ ਹੋਇਆ ਸੀਗਾ? 26 ਜਨਵਰੀ 1950 ਨੂੰ ਹੋਂਦ ਵਿੱਚ ਆਇਆ, ਜਾਂ ਫਿਰ ਆਪਾਂ ਇੰਗਲਿਸ਼ 'ਚ ਕਹਿ ਸਕਦੇ ਹਾਂ ਕੇਮ ਇਨਟੂ ਫੋਰਸ ਕਦੋਂ ਹੋਇਆ ਸੀਗਾ? 26 ਜਨਵਰੀ 1950 ਨੂੰ। ਤੇ ਅਡੋਪਟ ਕਦੋਂ ਕੀਤਾ ਗਿਆ? 26 ਨਵੰਬਰ 1949 ਨੂੰ। ਜਾਂ ਫਿਰ ਅਪਣਾਇਆ ਕਦੋਂ ਗਿਆ? 26 ਨਵੰਬਰ 1949 ਨੂੰ। ਆਈ ਹੋਪ ਤੁਹਾਨੂੰ ਸਮਝ ਲੱਗ ਗਿਆ ਹੋਣਾ। ਤੇ ਇਹ ਸੀਗਾ ਅੱਜ ਦਾ ਸਾਡਾ ਲੈਕਚਰ। ਆਈ ਹੋਪ ਤੁਹਾਨੂੰ ਪਸੰਦ ਆਇਆ ਹੋਵੇਗਾ। ਜੇਕਰ ਪਸੰਦ ਆਇਆ ਤਾਂ ਪਲੀਜ਼ ਲਾਈਕ ਕਰੋ ਇਸ ਵੀਡੀਓ ਨੂੰ ਤੇ ਆਪਣੇ ਦੋਸਤਾਂ ਦੇ ਨਾਲ ਸ਼ੇਅਰ ਵੀ ਕਰ ਦਿਓ। ਜੇਕਰ ਚੈਨਲ ਨਹੀਂ ਸਬਸਕ੍ਰਾਈਬ ਕੀਤਾ ਤਾਂ ਚੈਨਲ ਨੂੰ ਵੀ ਜ਼ਰੂਰ ਸਬਸਕ੍ਰਾਈਬ ਕਰ ਦਿਓ। ਤੇ ਇਸ ਤੋਂ ਇਲਾਵਾ ਸਾਡਾ ਟੈਲੀਗ੍ਰਾਮ ਚੈਨਲ ਵੀ ਤੁਸੀਂ ਜੁਆਇਨ ਕਰ ਸਕਦੇ ਹੋ, ਜਿੱਥੇ ਆਪਾਂ ਹਰ ਇੱਕ ਵੀਡੀਓ ਦਾ PDF ਪ੍ਰੋਵਾਈਡ ਕਰਦੇ ਹਾਂ। ਤਾਂ ਤੁਸੀਂ ਸਾਨੂੰ ਕਮੈਂਟ ਵੀ ਕਰ ਸਕਦੇ ਹੋ ਜੇਕਰ ਤੁਸੀਂ ਕਿਸੇ ਤਰ੍ਹਾਂ ਦੀ ਸੁਜੈਸ਼ਨ ਸਾਨੂੰ ਪ੍ਰੋਵਾਈਡ ਕਰਾਉਣਾ ਚਾਹੁੰਦੇ ਹੋ। ਜੇਕਰ ਤੁਹਾਨੂੰ ਕਿਸੇ ਵੀ ਤਰ੍ਹਾਂ ਦਾ ਡਾਊਟ ਹੈਗਾ ਤੁਸੀਂ ਉਹ ਪੁੱਛ ਸਕਦੇ ਹੋ ਕਮੈਂਟ ਦੇ ਵਿੱਚ। ਤੇ ਮਿਲਦੇ ਆ ਨੈਕਸਟ ਵੀਡੀਓ ਦੇ ਵਿੱਚ। ਤਦ ਤੱਕ ਲਈ ਥੈਂਕ ਯੂ। ਜੈ ਹਿੰਦ।